ਪਿਆਰੇ ਦੋਸਤੋ, ਗਿਆਨ ਵਿਗਿਆਨ ਦੇ ਚੈਨਲ ਫਿਲਾਸਫਰ ਸਟੋਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਸ ਨਵੇਂ ਸ਼ਬਦ ਦੇ ਬਾਰੇ ਵਿਚਾਰ ਕਰਾਂਗੇ ਉਹ ਸ਼ਬਦ ਹੈ ਕੈਡੂਸ਼ੀਅਸ। ਕੈਡੂਸ਼ੀਅਸ ਸ਼ਬਦ ਜੋ ਹੈ ਉਹ ਤੁਸੀਂ ਦੇਖ ਸਕਦੇ ਹੋ, ਮੈਂ ਚਾਰਟ ਦੇ ਉੱਤੇ ਲਿਖ ਦਿੱਤਾ ਹੈ CADUCEUS। ਇਹ ਜਿਹੜਾ ਸ਼ਬਦ ਹੈ ਇਹ ਯੂਨਾਨੀ ਸ਼ਬਦ ਹੈ ਮੂਲ ਰੂਪ ਵਿੱਚ। ਕੈਡੂਸ਼ੀਅਸ ਸ਼ਬਦ ਜਿਹੜਾ ਹੈ ਇਹਨੂੰ ਯੂਨਾਨੀ ਦੇ ਵਿੱਚ ਜਿਹੜਾ ਹੈ ਖੂੰਡੇ ਵਾਸਤੇ ਵਰਤਿਆ ਗਿਆ ਹੈ। ਖੂੰਡਾ ਤੁਸੀਂ ਸਮਝਦੇ ਹੋ, ਪੰਜਾਬੀ ਦੇ ਵਿੱਚ ਸ਼ਬਦ ਹੈ ਜਿਹਦੀ ਕਿ ਮੈਂ ਤਸਵੀਰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਡਰਾਇੰਗ ਸਮਝਾਉਣ ਵਾਸਤੇ ਹੈ ਕਿ ਇਸ ਤਰ੍ਹਾਂ ਦਾ ਇੱਕ ਖੂੰਡਾ। ਪੰਜਾਬੀ ਪਾਠਕਾਂ ਦੀ ਜਾਣਕਾਰੀ ਵਾਸਤੇ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਸੀ ਉਹ ਬੁਢਾਪੇ ਦਾ ਸਹਾਰਾ ਤੇ ਉਹਨਾਂ ਦਾ ਹੁੰਦਾ ਹੀ ਸੀ ਇਹ ਖੂੰਡਾ। ਔਰ ਉਹਨਾਂ ਨੂੰ ਕਈ ਵਾਰੀ ਕੁਝ ਜਿਹੜੇ ਖਤਰਨਾਕ ਚੀਜ਼ਾਂ ਹੁੰਦੀਆਂ, ਜਾਨਵਰ, ਪਸ਼ੂ, ਉਹਨਾਂ ਤੋਂ ਵੀ ਇਹ ਬਚਾਉਣ ਲਈ ਇੱਕ ਸਹਾਇਕ ਸੰਦ ਸੀ। ਪਰੰਤੂ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਇੱਕ ਅਥਾਰਟੀ ਦਾ ਸਿੰਬਲ ਮੰਨਿਆ ਗਿਆ ਹੈ। ਅਥਾਰਟੀ ਦਾ ਸਿੰਬਲ ਇਸ ਤਰ੍ਹਾਂ ਮੰਨਿਆ ਗਿਆ ਕਿ ਤੁਸੀਂ ਜੇਕਰ ਪੁਰਾਣੇ ਪੋਪਾਂ ਦੀਆਂ ਫੋਟੋਆਂ ਦੇਖੋ, ਜਿਹੜੇ ਈਸਾਈ ਧਰਮ ਦੇ ਗੁਰੂ ਸਨ, ਤਾਂ ਉਹ ਹਮੇਸ਼ਾ ਆਪਣੇ ਨਾਲ ਇੱਕ ਖੂੰਡਾ ਰੱਖਦੇ ਸੀ। ਔਰ ਖੂੰਡਾ ਜਿਹੜਾ ਹੈ ਇੱਕ ਪ੍ਰਤੀਕ ਹੈ ਕਿ ਇਹ ਬੰਦੇ ਕੋਲ ਇੱਕ ਖਾਸ ਤਰ੍ਹਾਂ ਦੀ ਅਥਾਰਟੀ ਹੈ, ਇਹਦੇ ਕੋਲ ਖਾਸ ਤਰ੍ਹਾਂ ਦੇ ਅਧਿਕਾਰ ਨੇ। ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ ਕਿ ਪਿਛਲੇ ਕੁਝ ਸਮੇਂ ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਇੱਕ ਇਹੋ ਜਿਹਾ ਖੂੰਡਾ ਲਈ ਫਿਰਦੇ ਨੇ। ਤੋ ਮੈਨੂੰ ਨਹੀਂ ਪਤਾ ਉਹ ਇੱਕ ਫੈਸ਼ਨ ਦੇ ਤੌਰ 'ਤੇ ਲੈ ਕੇ ਫਿਰਦੇ ਨੇ ਜਾਂ ਉਹ ਕੀ ਦਰਸਾਉਣਾ ਚਾਹੁੰਦੇ ਨੇ, ਪਰੰਤੂ ਇਹਦੀ ਬੈਕਗਰਾਊਂਡ ਇਹ ਹੈ ਕਿ ਇਹ ਜਿਹੜੇ ਉਸ ਪੁਰਸ਼ ਦੇ ਕੋਲ ਇਹ ਖੂੰਡੇ ਹੁੰਦੇ ਸੀ ਜਿਹਦੇ ਕੋਲ ਅਥਾਰਟੀ ਹੁੰਦੀ ਹੈ। ਔਰ ਘਰਾਂ ਦੇ ਵਿੱਚ ਬਜ਼ੁਰਗ ਜਿਹੜੇ ਸੀ ਉਹਨਾਂ ਦੇ ਕੋਲ ਕਿਉਂਕਿ ਘਰ ਦੀ ਅਥਾਰਟੀ ਹੁੰਦੀ ਸੀ, ਇਸ ਕਰਕੇ ਉਹ ਖੂੰਡਾ ਆਪਣੇ ਹੱਥ 'ਚ ਰੱਖਦੇ ਸੀ। ਇੱਕ ਰੋਹਬ ਦੀ ਨਿਸ਼ਾਨੀ ਹੁੰਦੀ ਹੈ। ਤੋ ਇਹਦੀ ਬੈਕਗਰਾਊਂਡ ਇਹ ਹੈ ਕਿ ਜਿਹੜਾ ਯੂਨਾਨੀ ਦੇਵਤਾ ਸੀ ਹਰਮਸ, ਇਹ ਉੱਥੋਂ ਦਾ ਇੱਕ ਬੜਾ ਪ੍ਰਸਿੱਧ ਦੇਵਤਾ ਯੂਨਾਨ ਦਾ, ਉਹਦੇ ਕੋਲ ਇਹ ਹਮੇਸ਼ਾ ਜਿਹੜਾ ਇਹ ਖੂੰਡਾ ਜਿਹੜਾ ਸੀ ਹੁੰਦਾ ਸੀ। ਇਸੇ ਤਰ੍ਹਾਂ ਜਿਹੜੇ ਰੋਮਨ ਲੋਕ ਨੇ, ਰੋਮਨਾਂ ਦਾ ਦੇਵਤਾ ਮਰਕਰੀ ਜਿਹੜਾ ਉਹਦੇ ਹੱਥ ਦੇ ਵਿੱਚ ਵੀ ਜਿਹੜੀਆਂ ਉਹਦੀਆਂ ਮੂਰਤੀਆਂ ਜਾਂ ਫੋਟੋਆਂ ਸਾਨੂੰ ਅੱਜ ਮਿਲਦੀਆਂ ਨੇ, ਉਹਦੇ ਹੱਥ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਖੂੰਡਾ ਜਿਹਨੂੰ ਕਿ ਕੈਡੂਸ਼ੀਅਸ ਕਿਹਾ ਜਾਂਦਾ ਇਹ ਹੁੰਦਾ ਹੈ। ਹੁਣ ਅੱਜ ਦੀ ਅਗਲੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਇਸ ਪਾਸੇ ਜਿਹੜੀ ਤਸਵੀਰ ਹੈ, ਇਹ ਵਾਲੀ ਤਸਵੀਰ, ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਪਛਾਣ ਲਈ ਹੋਏਗੀ ਤਸਵੀਰ, ਕਿ ਇਹ ਤਸਵੀਰ ਜਿਹੜੀ ਹੈ ਇਹ ਮੈਡੀਕਲ ਦਾ ਇੱਕ ਸਿੰਬਲ ਹੈ। ਮੈਡੀਕਲ ਦਾ ਸਿੰਬਲ ਹੈ ਔਰ ਡਾਕਟਰ ਲੋਕ ਜਿਹੜੇ ਨੇ ਆਪਣੇ ਲੈਟਰ ਪੈਡ ਦੇ ਉੱਤੇ ਇਹ ਬਹੁਤ ਵਾਰੀ ਇਹਨੂੰ ਦਰਸਾਉਂਦੇ ਨੇ। ਇਹ ਦਰਸਾਉਣ ਦਾ ਕੀ ਕਾਰਨ ਹੈ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ, ਪਰੰਤੂ ਤੁਸੀਂ ਇਹਦੀ ਬਣਤਰ ਜੇ ਧਿਆਨ ਨਾਲ ਵੇਖੋ ਤਾਂ ਜਿਹੜਾ ਵਿਚਲਾ ਪੋਰਸ਼ਨ ਹੈਗਾ ਇਹ ਉਹੀ ਖੂੰਡਾ ਹੈ, ਕੈਡੂਸ਼ੀਅਸ। ਔਰ ਇਹਦੇ ਦੁਆਲੇ ਦੋ ਸੱਪ ਜਿਹੜੇ ਨੇ ਇਹਨਾਂ ਨੇ ਵਲੇਵੇਂ ਮਾਰੇ ਹੋਏ ਨੇ। ਤੁਸੀਂ ਦੇਖੋ, ਇੱਕ ਸੱਜੇ ਹੱਥ ਸੱਪ ਹੈ, ਇੱਕ ਖੱਬੇ ਹੱਥ ਸੱਪ ਹੈ। ਔਰ ਟੌਪ ਦੇ ਉੱਤੇ ਜਿਹੜੇ ਨੇ ਇਹ ਖੰਭ ਬਣਾਏ ਹੋਏ ਨੇ, ਪੰਛੀ ਦੇ ਜਿਵੇਂ ਖੰਭ ਹੁੰਦੇ ਨੇ, ਇਹ ਉਸ ਤਰ੍ਹਾਂ ਦੀ ਇੱਕ ਤਸਵੀਰ ਜਿਹੜੀ ਹੈ
ਤੁਸੀਂ ਬਹੁਤ ਸਾਰਿਆਂ ਨੇ ਡਾਕਟਰਾਂ ਦੇ ਲੈਟਰ ਪੈਡ ਦੇ ਉੱਤੇ ਜਾਂ ਮੈਡੀਕਲ ਹੌਸਪੀਟਲਸ ਦੇ ਜਿਹੜੇ ਨਿਸ਼ਾਨ ਬਣਦੇ ਨੇ, ਲੋਗੋ ਬਣਦੇ ਨੇ, ਉਹਨਾਂ ਦੇ ਵਿੱਚ ਦੇਖੀ ਹੋਏਗੀ। ਇਹਨੂੰ ਨਿਸ਼ਾਨ ਨੂੰ ਵੀ ਕੈਡੂਸ਼ੀਅਸ ਕਿਹਾ ਜਾਂਦਾ ਹੈ। ਹੁਣ ਗੱਲ ਅਸੀਂ ਕਰਦੇ ਹਾਂ ਕਿ ਇਹ ਕੈਡੂਸ਼ੀਅਸ ਜਿਹੜਾ ਹੈ ਕਿਵੇਂ, ਇਹ ਜਿਹੜੀ ਤਸਵੀਰ ਬਣੀ ਹੈ, ਇੱਕ ਖੂੰਡਾ ਹੈ ਅਤੇ ਬਾਅਦ ਵਿੱਚ ਇਹਦੇ ਦੁਆਲੇ 2 ਸੱਪ ਆ ਗਏ ਨੇ, ਅਤੇ ਫਿਰ ਉੱਤੇ ਜਿਹੜਾ ਉਹ ਵਿੰਗਸ ਆ ਗਏ ਨੇ, ਖੰਭ ਆ ਗਏ ਨੇ। ਇਹਦੇ ਪਿੱਛੇ ਕਿਸ ਤਰ੍ਹਾਂ ਦੀ ਵਿਚਾਰ ਹੈ? ਦੇਖੋ, ਜਿਹੜੀ ਭਾਰਤੀ ਦਰਸ਼ਨ ਹੈ, ਇਹਦੇ ਵਿੱਚ ਯੋਗ ਇੱਕ ਬੜਾ ਮਹੱਤਵਪੂਰਨ ਦਰਸ਼ਨ ਹੈ। ਔਰ ਯੋਗ ਜਿਹੜਾ ਹੈ, ਇਹਦਾ ਕੋਈ ਕਿਸੇ ਧਰਮ ਨਾਲ ਸੰਬੰਧ ਨਹੀਂ ਹੈ। ਜੇਕਰ ਕੋਈ ਕਵੇ ਕਿ ਇਹਦਾ ਕਿਸੇ ਧਰਮ ਨਾਲ ਸੰਬੰਧ ਹੈ, ਤਾਂ ਨਹੀਂ। ਇਹ ਲੋਕ ਧਰਮ ਸੀ ਭਾਰਤ ਦਾ, ਜਿਹਨੂੰ ਕਿ ਬਾਅਦ ਵਿੱਚ ਲਗਭਗ ਸਾਰੇ ਧਰਮਾਂ ਨੇ ਥੋੜ੍ਹਾ ਜਾਂ ਬਹੁਤਾ ਅਪਣਾਇਆ ਹੈ। ਇਹਦੇ ਵਿੱਚ ਜਿਹੜਾ ਮੁੱਖ ਰੂਪ ਵਿੱਚ ਕਰਮਕਾਂਡ ਸਨ, ਉਹ ਕੋਈ ਰੱਬ ਨੂੰ ਪਾਉਣ ਵਾਸਤੇ ਕਰਮਕਾਂਡ ਨਹੀਂ ਸੀ। ਮੁੱਢਲਾ ਜਿਹੜਾ ਯੋਗ ਧਰਮ ਹੈ, ਉਹਨੂੰ ਧਰਮ ਤਾਂ ਬਾਅਦ 'ਚ ਕਿਹਾ ਗਿਆ, ਪਹਿਲਾਂ ਤਾਂ ਯੋਗ ਇੱਕ ਪ੍ਰੈਕਟਿਸ ਹੈ। ਯੋਗ ਪ੍ਰੈਕਟਿਸ ਕੇਵਲ ਜਿਹੜੀ ਸੀ ਆਪਣੇ ਸਰੀਰ ਅਤੇ ਮਨ ਜਿਹੜਾ ਸੀ, ਔਰ ਬਾਅਦ ਵਿੱਚ ਉਹਦੇ 'ਚ ਸੋਲ ਵੀ ਆ ਗਈ, ਪਰੰਤੂ ਮੁੱਢਲੇ ਰੂਪ ਵਿੱਚ ਇਹਦਾ ਸੰਬੰਧ ਸਿਰਫ ਸਰੀਰ ਅਤੇ ਮਨ ਦੇ ਨਾਲ ਸੀ। ਕਿ ਇਹ ਪੁਰਾਣੇ ਲੋਕਾਂ ਦੀ ਇੱਕ ਧਾਰਨਾ ਸੀ, ਓਲਡ ਵਿਜ਼ਡਮ ਹੈਗੀ ਹੈ ਸਾਡੇ ਹਿੰਦੁਸਤਾਨ ਦੀ, ਕਿ ਕੁਝ ਟੈਕਨੀਕਸ ਅਪਣਾ ਕੇ ਅਸੀਂ ਆਪਣੇ ਸਰੀਰ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਮਨ ਨੂੰ ਵੀ ਜਿਹੜਾ ਮਜ਼ਬੂਤ ਕਰ ਸਕਦੇ ਹਾਂ। ਫਿਰ ਉਹਦਾ ਸਹਾਰਾ ਲੈ ਕੇ ਬਾਅਦ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਪਣੀ ਆਤਮਾ ਨੂੰ ਹੀ ਬਲਵਾਨ ਕਰ ਸਕਦੇ ਹੋ। ਤੋ ਇੱਕ ਪੁਰਾਣਾ ਜਿਹੜਾ ਇਹ ਇੱਕ ਸਿਸਟਮ ਸੀ ਭਾਰਤ ਦੇ ਕੋਲ, ਯੋਗੀਆਂ ਨੇ ਇਹਦੇ ਉੱਤੇ ਬੜੀ ਗਹਿਰੀ ਕਹਿੰਦੇ ਨੇ ਕਿ ਰਿਸਰਚ ਕੀਤੀ ਹੈ। ਔਰ ਭਾਰਤੀ ਧਰਮਾਂ ਨੂੰ ਇੱਕ ਸ਼੍ਰੇਅ ਜਾਂਦਾ ਹੈ ਕਿ ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਨੇ, ਅੰਧ ਵਿਸ਼ਵਾਸ ਨੇ, ਸਭ ਕੁਛ ਹੈਗਾ, ਪਰੰਤੂ ਇਹਦੇ ਵਿੱਚ ਕੁਝ ਪੋਜ਼ੀਟਿਵ ਪੱਖ ਵੀ ਹੈਗੇ ਨੇ। ਜਿਹੜੇ ਭਾਰਤੀ ਫਲਸਫਾ ਹੈਗਾ, ਭਾਰਤੀ ਧਰਮ ਜਿਹੜੇ ਨੇ, ਉਹਨਾਂ ਦੇ ਵਿੱਚ ਕੁਝ ਪੋਜ਼ੀਟਿਵ ਚੀਜ਼ਾਂ ਵੀ ਹੈਗੀਆਂ ਨੇ, ਜਿਹਦੇ ਕਰਕੇ ਇਹ ਕਿਤੇ ਨਾ ਕਿਤੇ ਅੱਜ ਵੀ ਇਹਨਾਂ ਦਾ ਕੋਈ ਮੁੱਲ ਜਿਹੜਾ ਦੁਨੀਆ ਦੇ ਵਿੱਚ ਸਮਝਿਆ ਜਾਂਦਾ ਹੈ, ਇਹਨਾਂ ਦਾ ਕੋਈ ਨਾ ਕੋਈ ਪ੍ਰਭਾਵ ਹੈਗਾ। ਹੁਣ ਇਹਨਾਂ ਨੇ ਜਿਹੜੀ ਖੋਜ ਕੀਤੀ ਹੈ, ਉਹ ਮੈਂ ਦੱਸਦਾ ਕਿ ਇਹ ਜਿਹੜੀ ਕੈਡੂਸ਼ੀਅਸ ਦੀ ਤਸਵੀਰ ਤੁਸੀਂ ਦੇਖੀ ਹੈ, ਕੈਡੂਸ਼ੀਅਸ ਦੀ, ਇਹਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਇਹਦੀ ਬਣਤਰ, ਇਹ 3 ਨਾੜੀਆਂ ਦਾ ਕਨਸੈਪਟ ਜਿਹੜਾ ਉਹ ਦਿੱਤਾ ਗਿਆ ਹੈ। 3 ਨਾੜੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਧਾਰਮਿਕ ਲਿਟਰੇਚਰ ਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਜ਼ਿਕਰ ਹੈ ਕਿ ਸੁਖਮਨਾ, ਇੜਾ ਅਤੇ ਪਿੰਗਲਾ। ਸੁਖਮਨਾ ਦੇ ਬਾਰੇ ਯੋਗੀ ਕਹਿੰਦੇ ਨੇ ਕਿ ਇਹ 3 ਨਾੜੀਆਂ ਜਿਹੜੀਆਂ ਨੇ ਸਾਡੀ ਰੀੜ੍ਹ ਦੇ ਹੱਡੀ ਦੇ ਦੁਆਲੇ, ਜੇ ਤੁਸੀਂ ਇਹਦਾ ਕੋਈ ਐਕਸਰੇ ਕਰੋਗੇ ਤਾਂ ਤੁਹਾਨੂੰ ਨਜ਼ਰ ਨਹੀਂ ਆਉਣੀਆਂ, ਇਹ ਸੂਖਮ ਨਾੜੀਆਂ ਨੇ। ਇਹ ਸੂਖਮ ਨਾੜੀਆਂ ਜਿਹੜੀਆਂ ਨੇ, ਇਹਨਾਂ ਦੇ ਵਿੱਚ ਜਿਹੜਾ ਯੋਗੀ ਇਹ ਕਹਿੰਦੇ ਨੇ ਕਿ ਇਹ 3 ਨਾੜੀਆਂ ਨੇ, ਜਿਹਦੇ ਸੈਂਟਰਲ ਜਿਹੜੀ ਨਾੜੀ ਹੈ, ਇਹ ਜਿਹੜੀ ਹੈ ਸੁਖਮਨਾ ਹੈ, ਔਰ ਇਹਦੇ ਖੱਬੇ ਪਾਸੇ ਇੜਾ ਹੈ, ਔਰ ਇਹਦੇ ਸੱਜੇ ਪਾਸੇ ਪਿੰਗਲਾ ਹੈ। ਬਿਲਕੁਲ ਇਹਦੇ 'ਚ ਦੇਖੋ, ਇਹ ਜਿਹੜੀ ਸੈਂਟਰਲ ਲਾਈਨ ਹੈ, ਇਹ ਉਹੀ ਹੈ ਜਿਹਨੂੰ ਯੋਗੀਆਂ ਨੇ ਸੁਖਮਨਾ ਕਿਹਾ ਹੈ, ਔਰ ਜਿਹੜੀ ਇਹ ਖੱਬੇ ਪਾਸੇ ਹੈ, ਇਹ ਇੜਾ, ਔਰ ਯੋਗੀਆਂ ਨੇ ਜਿਹੜੀ ਖੱਬੇ ਪਾਸੇ ਸੱਜੇ ਪਾਸੇ ਦੀ ਜਿਹੜੀ ਇਹ ਸਪਣੀ ਹੈ, ਕੁੰਡਲੀ ਮਾਰ ਕੇ ਬੈਠੀ ਹੋਈ, ਇਹਨੂੰ ਜਿਹੜਾ ਪਿੰਗਲਾ ਨਾਮ ਦਿੱਤਾ। ਹੁਣ ਇਹ ਜਿਹੜਾ ਰੀੜ੍ਹ ਦੀ ਹੱਡੀ ਹੈ, ਜਿਹੜੀ ਇਹਦੀ ਸੂਖਮ ਰੂਪ ਦੇ ਵਿੱਚ ਇਹ 3 ਨਾੜੀਆਂ ਨੇ, ਔਰ ਭਾਰਤੀ ਫਲਸਫਾ ਇਹ ਕਹਿੰਦਾ ਹੈ ਕਿ ਇਹ ਨਾੜੀਆਂ ਦੇ
ਜਿਹੜੇ ਵਿੱਚੋਂ ਪ੍ਰਾਣ ਸ਼ਕਤੀ ਜਿਹੜੀ ਹੈ ਨਾ, ਪ੍ਰਾਣ ਸ਼ਕਤੀ ਉਹ ਉੱਪਰ ਨੂੰ ਸੰਚਾਰ ਕਰਦੀ ਹੈ, ਉੱਪਰ ਨੂੰ ਸੰਚਾਰ ਕਰਦੀ ਹੈ। ਔਰ ਬਹੁਤ ਸਾਰੀਆਂ ਚੀਜ਼ਾਂ ਇਸ ਸ਼ਕਤੀ ਨੂੰ ਰੋਕਦੀਆਂ ਨੇ, ਉਹਦੇ ਲਈ ਰੁਕਾਵਟ ਪਾਉਂਦੀਆਂ ਨੇ। ਹੁਣ ਯੋਗੀ ਦਾ ਕੰਮ ਕੀ ਹੈ? ਯੋਗੀ ਇਸ ਸੁਖਮਨਾ ਮੇਨ ਸ਼ਕਤੀ ਇਹਦੇ ਵਿੱਚ ਨਾੜੀ ਹੈ, ਸੁਖਮਨਾ, ਜਿਹਦੇ ਰਾਹੀਂ ਇਹ ਪ੍ਰਾਣ ਸ਼ਕਤੀ ਜਿਹੜੀ ਹੈ ਜਾਗਰਤ ਹੋ ਕੇ ਉੱਪਰ ਨੂੰ ਵਿਕਾਸ ਕਰਦੀ ਹੈ। ਇਹ ਯੋਗ ਮਤ ਦਾ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ। ਨਵਾਂ ਸ਼ਬਦ ਅਸੀਂ ਅੱਜ ਸਿੱਖਿਆ ਕੈਡੂਸ਼ੀਅਸ, ਔਰ ਕੈਡੂਸ਼ੀਅਸ ਦੀ ਜਿਹੜੀ ਹੈ ਮੈਂ ਤੁਹਾਨੂੰ ਬੈਕਗਰਾਉਂਡ ਦੱਸ ਰਿਹਾ ਕਿ ਉਹ ਕਿੱਥੋਂ ਆਈ ਹੈ। ਤੋ ਯੋਗੀ ਜਿਹੜੇ ਨੇ ਉਹ ਇਸ ਸ਼ਕਤੀ ਦੇ 7 ਪੜਾਅ ਮੰਨਦੇ ਨੇ। ਇਹ ਸ਼ਕਤੀ ਜਿਹੜੀ ਜਾਗਰਤ ਹੁੰਦੀ ਹੈ, ਵਿਕਾਸ ਇਹਦਾ ਜਦੋਂ ਹੁੰਦਾ ਹੈ ਤਾਂ ਇਹਦੇ 7 ਜਿਹੜੇ ਨੇ ਉਹ ਪੜਾਅ ਮੰਨੇ ਗਏ ਨੇ। ਸਭ ਤੋਂ ਪਹਿਲਾ ਜਿਹੜਾ ਪੜਾਅ ਹੈ ਉਹ ਮੂਲ ਧਾਰਾ ਹੈ। ਇਹ ਮੈਂ ਇੱਕ ਚੱਕਰ ਬਣਾਉਣ ਦੀ ਕੋਸ਼ਿਸ਼ ਕਰਦਾ। ਮੂਲ ਧਾਰਾ ਜਿਹੜੀ ਹੈ ਇਹਨੂੰ ਮੈਂ ਰੈੱਡ ਸਰਕਲ ਦੇ ਵਿੱਚ ਕੀਤਾ। ਇਹ ਸਾਡੀ ਰੀੜ੍ਹ ਦੀ ਹੱਡੀ ਜਿੱਥੇ ਖਤਮ ਹੁੰਦੀ ਹੈ, ਸਮਝ ਲਓ ਇਹ ਉੱਥੋਂ ਦਾ ਜਿਹੜਾ ਸਰਕਲ ਹੈ, ਉੱਥੋਂ ਦੀ ਜਗ੍ਹਾ ਹੈ। ਦੂਜਾ ਜਿਹੜਾ ਟਿਕਾਣਾ ਹੈ ਇਸ ਸ਼ਕਤੀ ਦਾ ਉਹ ਉੱਥੇ ਹੈ ਜਿੱਥੇ ਸਾਡੇ ਗੁਪਤ ਅੰਗ ਨੇ। ਇਹਨੂੰ ਮੈਂ ਔਰੰਜ ਕਲਰ ਦੇ ਨਾਲ ਮਾਰਕ ਕੀਤਾ ਹੈ। ਹੁਣ ਜਿਹੜਾ ਇਹਦਾ ਨਾਂ ਹੈ, ਇਹ ਪਹਿਲੇ ਦਾ ਮੂਲ ਧਾਰਾ, ਦੂਜੇ ਦਾ ਸਵਾਦੀ ਸਥਾਨ, ਤੀਜਾ ਹੈ ਮਣੀਪੁਰ। ਮਣੀਪੁਰ ਉਸ ਜਗ੍ਹਾ 'ਤੇ ਹੈ ਜਿੱਥੇ ਸਾਡੀ ਲਗਭਗ ਧੁੰਨੀ ਹੈ, ਨਾਭੀ ਸਾਡੇ ਸਰੀਰ ਦੀ। ਔਰ ਜਿਹੜੀ ਇਸ ਤੋਂ ਅਗਲੀ ਹੈ ਉਹ ਹੈ ਹਿਰਦੇ। ਹਿਰਦੇ ਜਿਹੜਾ ਮੈਂ ਇਹ ਸਮਝ ਲਓ ਕਿ ਜਿੱਥੇ ਸਾਡਾ ਦਿਲ ਹੈ, ਛਾਤੀ ਸਮਝ ਲਓ, ਇਹ ਟਿਕਾਣਾ ਹਰੇ ਰੰਗ ਦੇ ਨਾਲ ਮੈਂ ਮਾਰਕ ਕੀਤਾ। ਇਸ ਤੋਂ ਅਗਲਾ ਵਿਸ਼ੁੱਧੀ ਚੱਕਰ। ਵਿਸ਼ੁੱਧੀ ਚੱਕਰ ਉੱਥੇ ਹੈ ਜਿੱਥੇ ਗਲਾ ਹੈ, ਇਹ ਗਲਾ। ਔਰ ਇਸ ਤੋਂ ਬਾਅਦ ਸਾਡਾ ਉਹ ਸਥਾਨ ਹੈ ਜਿਹਨੂੰ ਅਸੀਂ ਆਗਿਆ ਚੱਕਰ ਕਹਿੰਦੇ ਹਾਂ। ਆਗਿਆ ਚੱਕਰ ਵੀ ਫਰੋਜ਼ੀ ਜੇ ਕਲਰ ਦਾ ਹੈ। ਔਰ ਇਹ ਸਾਡੇ ਇਹਦੇ ਟਿਕਾਣਾ ਜਿਹੜਾ ਮੰਨਿਆ ਗਿਆ ਯੋਗੀਆਂ ਵੱਲੋਂ, ਇਹਦਾ ਟਿਕਾਣਾ ਮੰਨਿਆ ਗਿਆ ਸਾਡਾ ਮੱਥਾ, ਮਸਤਕ। ਔਰ ਲਾਸਟ ਜਿਹੜਾ ਹੈ ਸਾਡੇ ਸਿਰ ਦੇ ਵਿੱਚ ਟਿਕਾਣਾ ਹੈ, ਉਹ ਜਿਹੜਾ ਹੈ ਇਹ ਵਾਇਲਟ ਕਲਰ ਦਾ ਮੈਂ ਬਣਾਇਆ, ਵਾਇਲਟ। ਇਹ ਮੈਂ ਬਾਅਦ 'ਚ ਦੱਸਦਾ ਕਿ ਇਹ ਕਲਰ ਕਿਉਂ ਅਸੀਂ ਯੂਜ਼ ਕੀਤੇ ਨੇ। ਔਰ ਇਹਨੂੰ ਕਿਹਾ ਜਾਂਦਾ ਸਹਿਸਰਾਰ। ਇਹਨੂੰ ਹੀ ਦਸਮ ਦੁਆਰ ਕਿਹਾ ਗਿਆ। ਧਾਰਮਿਕ ਜਗਤ ਦੇ ਵਿੱਚ ਅਧਿਆਤਮਕ ਜਿਹੜੀ ਸਾਧਨਾ ਲੋਕ ਕਰਦੇ ਨੇ ਉਹ ਇਸੇ ਨੂੰ ਹੀ ਦਸਮ ਦੁਆਰ ਜਾਂ ਤੀਜਾ ਨੇਤਰ ਜਾਂ ਚੌਥਾ ਪਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਈ ਵਾਰੀ, ਉਹ ਕਹਿੰਦੇ ਨੇ। ਹੁਣ ਇਹ ਜਿਹੜੇ ਰੰਗ ਵੱਖਰੇ ਵੱਖਰੇ ਦਿਖਾਏ ਗਏ ਨੇ, ਯੋਗੀਆਂ ਦਾ ਇਹ ਐਕਸਪੀਰੀਅੰਸ ਹੈ ਕਿ ਜਦੋਂ ਸਾਡੀ ਪ੍ਰਾਣ ਸ਼ਕਤੀ ਇੱਥੇ ਹੁੰਦੀ ਹੈ ਤੇ ਉਦੋਂ ਜਿਹੜਾ ਹੈ ਉਹ ਜਿਹੜਾ ਉੱਥੇ ਰੋਸ਼ਨੀ ਪੈਦਾ ਹੁੰਦੀ ਹੈ, ਸ਼ਕਤੀ ਦੀ ਜਿਹੜੀ ਇੱਕ ਪ੍ਰਕਾਸ਼ ਪੈਦਾ ਹੁੰਦਾ ਹੈ, ਉਹ ਲਾਲ ਰੰਗ ਦਾ ਹੁੰਦਾ ਹੈ। ਇਸੇ ਤਰੀਕੇ ਨਾਲ ਇਹ ਵੱਖ-ਵੱਖ ਰੰਗਾਂ ਦੇ ਪ੍ਰਕਾਸ਼ ਸਾਡੇ ਅੰਦਰ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਜਿਉਂ-ਜਿਉਂ ਯੋਗੀ ਜਾਂ ਸਾਧਕ ਜਿਹੜਾ ਹੈ ਇਹ ਸਾਧਨਾ ਕਰਦਾ। ਸਾਧਨਾ ਕਿਹੜੀ ਹੈ? ਉਹ ਹੈ ਪ੍ਰਾਣਾਯਾਮ। ਪ੍ਰਾਣਾਯਾਮ। ਔਰ ਇਹਦੇ ਵਿੱਚ ਆਸਨਾ ਦਾ ਵੀ ਮਹੱਤਵ ਹੈ ਪ੍ਰਾਣਾਯਾਮ ਦੇ ਵਿੱਚ। ਔਰ ਇਹਦੇ ਵਿੱਚ ਮੁਦਰਾਵਾਂ ਵੀ ਨੇ। ਇਹ ਬਹੁਤ ਲੰਬਾ ਅਤੇ ਗਹਿਰਾ ਸਬਜੈਕਟ ਹੈ। ਕਈ ਵਾਰੀ ਅਸੀਂ ਇਹਨੂੰ ਅਨਸਾਇੰਟੀਫਿਕ ਮੰਨ ਕੇ ਅਤੇ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰੰਤੂ ਇਹ ਜਿਹੜੀ ਸਾਡੇ ਕੋਲ ਕੈਡੂਸ਼ੀਅਸ ਦੀ ਸਿੰਬਲ ਹੁਣ ਤੱਕ ਮੈਡੀਕਲ ਸਾਇੰਸ ਯੂਜ਼ ਕਰ ਰਹੀ ਹੈ, ਮੈਂ ਦੱਸਣਾ ਇਹ ਚਾਹੁੰਦਾ
ਇਹਦਾ ਜਿਹੜਾ ਸੂਖਮ ਭਾਵ ਹੈ ਉਹ ਸਾਰਾ ਇਸ ਕਨਸੈਪਟ ਦੇ ਵਿੱਚ ਹੈ। ਔਰ ਇਹ ਜਿਹੜੇ ਦੋ ਇੜਾ ਤੇ ਸੁਖਮਨਾ ਨੇ ਇਹਦੇ ਦੁਆਲੇ, ਇਹ ਦੇਖੋ ਪਿੰਗਲਾ, ਇਹ ਪਿੰਗਲਾ, ਇਹ ਜਿਹੜੀਆਂ ਨੇ ਇਹਦੀਆਂ ਸਹਾਇਕ ਨਾੜੀਆਂ ਮੰਨੀਆਂ ਗਈਆਂ। ਸਿਸਟਮ ਕੀ ਹੈ? ਸਿਸਟਮ ਤੁਸੀਂ ਇਲੈਕਟ੍ਰਿਸਿਟੀ ਦਾ ਸਿਸਟਮ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਅਸੀਂ 3 ਕਲਰ ਦੀਆਂ ਜਿਹੜੀਆਂ ਨੇ ਉਹ ਤਾਰਾਂ ਯੂਜ਼ ਕਰਦੇ ਹਾਂ, 3 ਕਲਰ ਦੀਆਂ। ਤੁਹਾਨੂੰ ਪਤਾ ਜਿਹੜੇ ਇਲੈਕਟ੍ਰਿਸਿਟੀ ਦਾ ਸਿਧਾਂਤ ਨੂੰ ਸਮਝਦੇ ਨੇ, ਰੈੱਡ ਵਰਤਦੇ ਹਾਂ ਅਸੀਂ ਹੌਟ ਤਾਰ ਵਾਸਤੇ, ਹੌਟ ਤਾਰ, ਜਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡਾ ਮੇਨ ਫੇਸ ਲਾਈਨ ਜਿਹਦੇ ਤੋਂ ਆਉਂਦੀ ਹੈ। ਔਰ ਇੱਕ ਹੁੰਦੀ ਹੈ ਸਾਡੇ ਕੋਲ ਗ੍ਰੀਨ, ਜਿਹੜੀ ਕਿ ਅਰਥ ਦੀ ਤਾਰ ਹੁੰਦੀ ਹੈ। ਔਰ ਇੱਕ ਹੁੰਦੀ ਹੈ ਸਾਡੇ ਕੋਲ ਬਲੈਕ, ਮੇਰੇ ਕੋਲ ਬਲੈਕ ਨਹੀਂ ਹੈ, ਮੈਂ ਬਲੂ ਹੀ ਕਰ ਰਿਹਾ। ਇਹ ਜਿਹੜਾ ਹੀ ਹੈ ਇਹ ਹੁੰਦੀ ਹੈ ਤੁਹਾਡਾ ਨਿਊਟਰਲ। ਇਹ ਜਿਹੜੀਆਂ 3 ਨਾੜੀਆਂ ਨੇ ਇਹਦੇ ਵਿੱਚ ਹੌਟ ਜਿਹੜੀ ਅਸੀਂ ਕਹਿ ਸਕਦੇ ਹਾਂ ਉਹ ਹੁੰਦੀ ਹੈ ਸੁਖਮਨਾ। ਮੇਨ ਲਾਈਨ ਇੱਥੋਂ ਹੀ ਜਿਹੜੀ ਹੈ ਸ਼ਕਤੀ, ਪ੍ਰਾਣ ਸ਼ਕਤੀ ਜਿਹੜੀ ਹੈ ਪੈਦਾ ਹੁੰਦੀ ਹੈ। ਔਰ ਨਿਊਟਰਲ ਜਿਹੜੀ ਹੈ ਉਹ ਸਾਡੀ ਹੈ ਇੜਾ। ਔਰ ਜਿਹੜੀ ਪਿੰਗਲਾ ਹੈ ਇਹ ਨਿਊਟਰਲ ਹੈ। ਔਰ ਇਹ ਸ਼ਕਤੀ ਜਦੋਂ ਉੱਪਰ ਨੂੰ ਚੱਲਦੀ ਹੈ ਤੇ ਇਹ ਜਦੋਂ ਮੂਲ ਧਾਰਾ 'ਚ ਮੰਨ ਲਓ ਪਹੁੰਚ ਜਾਂਦੀ ਹੈ ਤੇ ਮੂਲ ਧਾਰਾ ਇਹਦਾ ਆਰੰਭ ਹੈ, ਤਾਂ ਇੱਥੇ ਇਹ ਇੱਕ ਖਾਸ ਤਰ੍ਹਾਂ ਦਾ ਮੈਗਨੈਟਿਕ ਫੀਲਡ ਜਿਹੜੀ ਹੈ ਉਹ ਪ੍ਰੋਡਿਊਸ ਕਰਦੀ ਹੈ। ਔਰ ਜਿਹੜੇ ਸਾਧਕ ਨੇ ਉਹ ਜਿਹੜੇ ਆਪਣੀ ਜਿਹੜੀ ਟੈਸਟ ਕਰਦੇ ਨੇ ਕਿ ਅਸੀਂ ਕਿਹੜੇ ਪੜਾਅ ਦੇ ਉੱਤੇ ਹਾਂ ਜਾਂ ਸਾਡੀ ਸ਼ਕਤੀ ਜਿਹੜੀ ਹੈ ਕਿੱਥੋਂ ਤੱਕ ਜਾਗਰਤ ਹੋਈ ਹੈ, ਉਹਨਾਂ ਦਾ ਅਨੁਭਵ ਇਹ ਹੈ ਕਿ ਜਿਸ ਤਰ੍ਹਾਂ ਦੀ ਲਾਈਟ ਸਾਨੂੰ ਜ਼ਿਆਦਾ ਦਿਖਾਈ ਦਿੰਦੀ ਹੈ ਸਾਧਨਾ ਦੇ ਵਿੱਚ, ਜੇ ਮੰਨ ਲਓ ਯੈਲੋ ਦਿਖਾਈ ਦਿੰਦੀ ਹੈ ਤਾਂ ਯੈਲੋ ਦਾ ਮਤਲਬ ਹੈ ਕਿ ਉਹ ਮਣੀਪੁਰ ਦੇ ਵਿੱਚ ਨੇ, ਧੁੰਨੀ ਦੇ ਨੇੜੇ ਤੇੜੇ ਅਜੇ ਉਹਨਾਂ ਦੀ ਸ਼ਕਤੀ ਪਹੁੰਚੀ ਹੈ। ਔਰ ਅਲਟੀਮੇਟਲੀ ਜਿਹੜਾ ਉਹਨਾਂ ਦਾ ਗੋਲ ਹੁੰਦਾ ਉਹ ਇੱਥੇ ਪਹੁੰਚਣਾ ਹੁੰਦਾ ਹੈ। ਜਦੋਂ ਉਹਨਾਂ ਦੀ ਮਾਨਤਾ ਇਹ ਹੈ ਯੋਗੀਆਂ ਦੀ ਕਿ ਜਦੋਂ ਇੱਥੇ ਸਾਡੀ ਪ੍ਰਾਣ ਸ਼ਕਤੀ ਪੂਰੀ ਤਰ੍ਹਾਂ ਡਿਵੈਲਪ ਹੋ ਜਾਂਦੀ ਹੈ ਆ ਕੇ, ਤਾਂ ਸਾਡੇ ਅੰਦਰ ਆ ਜਿਹੜੇ ਵਿੰਗਸ ਦਿਖਾਏ ਸੀ ਨਾ ਇੱਥੇ ਵਿੰਗਸ, ਇਹ ਹੁਣ ਦਸਮ ਦੁਆਰ ਵਾਲੀ ਚੀਜ਼ ਹੈ ਇਹ ਵਾਲੀ, ਕਿ ਇੱਥੇ ਆ ਕੇ ਤੁਹਾਨੂੰ ਜਿਹਨੂੰ ਇੱਕ ਅੱਜ ਕੱਲ੍ਹ ਕਨਸੈਪਟ ਚੱਲਦਾ ਹੋਲਿਸਟਿਕ ਹੈਲਥ, ਹੋਲਿਸਟਿਕ ਹੈਲਥ। ਹੋਲਿਸਟਿਕ ਹੈਲਥ ਦਾ ਕੀ ਮਤਲਬ ਹੈ ਕਿ ਤੁਹਾਡਾ ਸਰੀਰ ਤੇ ਮਨ ਤੇ ਹੁਣ ਨਾਲ ਆਤਮਾ, ਇਹ ਤਿੰਨਾਂ ਦਾ ਬਰਾਬਰ ਵਿਕਾਸ, ਕੱਲਾ ਸਰੀਰ ਦਾ ਵਿਕਾਸ ਨਹੀਂ, ਕੱਲਾ ਮਨ ਦਾ ਵਿਕਾਸ ਨਹੀਂ, ਕੱਲੀ ਆਤਮਾ ਦਾ ਵਿਕਾਸ ਨਹੀਂ, ਇਹ ਬੈਲੈਂਸਡ ਜਿਹੜਾ ਹੈ ਇਹਦੇ ਵਿੱਚ ਰੱਖਣ ਵਾਸਤੇ ਇਹ ਜਿਹੜੀ ਪ੍ਰਾਣ ਸ਼ਕਤੀ ਹੈ ਇਹ ਜਿਹੜੀ ਹੈ ਜਦੋਂ ਪੂਰੀ ਤਰ੍ਹਾਂ ਡਿਵੈਲਪ ਹੋ ਜਾਂਦੀ ਹੈ ਤਾਂ ਇਹਨੂੰ ਜਿਹੜੀ ਹੈ ਉਹਨਾਂ ਨੇ ਵਿੰਗਸ ਦੇ ਵਿੱਚ, ਵਿੰਗਸ ਕਾਹਦਾ ਪ੍ਰਤੀਕ ਨੇ? ਫਰੀਡਮ ਦਾ। ਫਰੀਡਮ ਕਿਹਦੇ ਤੋਂ? ਬਿਮਾਰੀਆਂ ਤੋਂ, ਹਰ ਤਰ੍ਹਾਂ ਦੇ ਕਸ਼ਟ ਜਿਹੜੇ ਨੇ ਮਨ ਦੇ, ਸਰੀਰ ਦੇ, ਆਤਮਾ ਦੇ। ਇਹ ਅੱਜ ਦਾ ਸਾਡਾ ਸ਼ਬਦ ਸੀ, ਕੈਡੂਸੀਅਸ। ਥੈਂਕ ਯੂ ਵੈਰੀ ਮਚ।